बच्चों अज आपां करांगे विस्मिक। बच्चों अक्सर बच्चे विश्राम चिन्ह ते विस्मिक दे विच पजल हो जाते हैं। उन्होंने पता नहीं लगता भी जिहड़े विश्राम चिन्ह ने वो की हुंदे ने ते विस्मिक चिन्ह की हुंदे ने, क्योंकि दोनों ही मिलते जुलते हैं ना। बच्चों विश्राम करना आपां कहंदे ने विश्राम करना असीं तां आराम करना है, ठीक है। विश्राम चिन्ह वो हुंदे ने जिहड़े शब्दां दे विच आउंदे ने ते उह शब्दां नूं थोड़ा थोड़ा ठहरा देना। कोई जिस तरह आपां बोलदे हां अपने बोली नूं उस तरह हूबहू लिखण दे विच मदद करदे ने। रुकना कित्थे है, प्रश्न कित्थे पुछना, ये सारे बच्चों विस्मिक की हुंदे ने, है ना। अपने मन दे विच बहुत सारे भाव हुंदे ने ते वो अपने मन के भावां दे नाल जिवें हुण आपां बोलदे भी हाँ। एक देखो प्यार नाल आपां कहने भी चाह पीनी है, ठीक है, तो ये तो सिंपल है सधारण भी हाँ चाह पीनी है, ठीक है। एक प्रश्न पूछे चाह पीनी है तो ये की हो गया प्रश्न, ठीक है। चाह पीनी है, चाह पीनी है, ठीक है। एक आपां कहने चाह पीनी है, ठीक है, ये की हो गया, ਇਹਦਾ मतलब ये भी बंदा गुस्से नाल बोल रहा। हुण उत्थे आपां हर एक वाक दे पिछे तो नहीं लिखांगे बच्चों गुस्सा है, ये प्यार है, ये हमदर्दी है, तो इदां नहीं लिख सकते, है ना। जो मन के भावां नूं आपां प्रगट करना ना, प्यार हमदर्दी नूं आपां इदां तो है नहीं बोलण लगे तो नाल दी नाल उत्थे एक गुस्से नाल बोले तो एक राक्षस दी फोटो बनाती, प्यार नाल बोली तो एक माँ की फोटो ममता के रूप दे विच बनाती। इदां तो आपां कुछ नहीं करते। सो अपने मन के भावां नूं किद्दां प्रगट करते हैं बच्चों विस्मिक चिन्ह दे राहीं, ठीक है। ਇਹਦੇ ਨਾਲ पता लगे भी ये गल सधारण नहीं हैगी, भी सधारण भी चाह पीनी नहीं हैगी, भी गुस्से नाल कही गई है या प्यार नाल कही गई है, ठीक है बच्चों। ਜਦੋਂ ਆਪਾਂ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ ਤਾਂ ਉਹ ਆਪਾਂ ਕਾਹਦੇ ਰਾਹੀਂ ਪ੍ਰਗਟ ਕਰਦੇ ਹਾਂ ਬੱਚਿਓ, ਵਿਸਮਿਕ ਚਿੰਨ੍ਹਾਂ ਦੇ ਰਾਹੀਂ। ਕਾਹਦੇ ਰਾਹੀਂ ਪ੍ਰਗਟ ਕਰਦੇ ਹਾਂ, ਵਿਸਮਿਕ ਚਿੰਨ੍ਹ ਦੇ ਰਾਹੀਂ, ਠੀਕ ਹੈ ਬੱਚਿਓ। ਹੁਣ ਵਿਸਮਿਕ ਚਿੰਨ੍ਹ ਕੀ ਹੋ, ਆਪਾਂ ਕਹਿੰਦੇ ਵੀ ਸ਼ਾਬਾਸ਼ ਬਹੁਤ ਅੱਛੇ, ਬੜਾ ਵਧੀਆ ਕੰਮ ਕੀਤਾ ਹੈ ਤੁਸੀਂ, है ना। गुस्से जो कोई गुस्से नाल बोलोगे भी है ये तू करता काम, या ਆਪਾਂ हैरानी दे नाल बोलांगे, खुशी दे नाल बोलांगे, तो इस तरह अलग अलग जिहड़े शब्द ने अपने मन के भावां नूं प्रगट करते हैं बच्चों, ठीक है। क्योंकि बोली तो उही हुंदी है ना जिहड़ी आपां बोलदे हां, उहनूं हूबहू आपां लिख भी दिंदे हुंदे आ, ठीक है। हुण आपां देखदे हां, चलो किताब दे विच की लिखिआ, जिन्हां शब्दां द्वारा खुशी, गमी, हैरानी, डर, प्रशंसा आदि ਦੇ ਭਾਵ ਪ੍ਰਗਟ ਹੋਣ, ਵਿਆਕਰਨ ਵਿੱਚ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਹਾਏ, ਆਹਾ, ਉਹ, ਵਾਹ, ਹੈ, ਠੀਕ ਹੈ। ਤੇ ਦੁੱਖ ਦੇ ਵੀ ਖੁਸ਼ੀ ਦੇ ਵੀ ਆ ਗਏ ਸਾਰੇ। ਹੁਣ ਵਿਸਮਿਕ ਕਿੰਨੇ ਪ੍ਰਕਾਰ ਦੇ ਨੇ ਬੱਚੋ। ਹੁਣ ਆਪਾਂ ਲਿਖ ਤਾਂ ਦਿੱਤਾ, ਆਪਾਂ ਕਿਹਾ ਵੀ ਜਦੋਂ ਵੀ ਕੁਝ ਲਿਖਣਾ ਹੈ ਨਾ ਵਿਆਕਰਨ ਦੇ ਵਿੱਚ ਆਪਾਂ ਜਿੰਨਾਂ ਸ਼ਬਦਾਂ ਨੂੰ ਜ਼ਰੂਰ ਲਿਖਾਂਗੇ, ਹੈ ਨਾ। ਜਿਹੜਾ ਸ਼ਬਦ ਸੌਖਾ ਹੋ ਜਾਣਾ ਆਪਾਂ ਨੂੰ, ਤੇ ਆਪਾਂ ਨਾਮ ਦਾ ਪਤਾ ਲੱਗਿਆ ਜਿਹੜਾ ਸ਼ਬਦ ਨਾਮ ਬਾਰੇ ਦੱਸਦਾ, ਪੜਨਾਮ ਦਾ ਪਤਾ ਲੱਗਿਆ ਜਿਹੜਾ ਸ਼ਬਦ ਪੜਨਾਮ ਦੀ ਜਗ੍ਹਾ 'ਤੇ ਆਉਂਦਾ ਹੈ, ਵਿਸ਼ੇਸ਼ਣ ਦਾ ਪਤਾ ਲੱਗਿਆ ਵੀ ਜਿਹੜਾ ਸ਼ਬਦ ਨਾਮ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ, ਕਿਰਿਆ ਜਿਹੜਾ ਸ਼ਬਦ ਕੰਮ ਬਾਰੇ ਦੱਸਦਾ ਹੈ ਨਾ, ਕਿਰਿਆ ਵਿਸ਼ੇਸ਼ਣ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੈ, ਜਿਹੜਾ ਸ਼ਬਦ ਯੋਜਕ ਮਤਲਬ ਜੋੜਦਾ ਹੈ, ਜਿਹੜਾ ਸ਼ਬਦ ਸੰਬੰਧ ਪ੍ਰਗਟ ਕਰਦਾ ਹੈ ਸੰਬੰਧਕ। ਹੁਣ ਜਿਹੜਾ ਸ਼ਬਦ ਖੁਸ਼ੀ, ਗਮੀ, ਹੁਣ ਦੇਖੋ ਖੁਸ਼ੀ ਦੇ ਵਿੱਚ ਖੱਕੇ ਪੈਰ ਬਿੰਦੀ ਪਾਈ ਹੋਈ ਹੈ, ਸੱਸੇ ਪੈਰ ਬਿੰਦੀ ਵੀ ਖੁਸ਼ੀ, ਹੈ ਨਾ। ਗਮੀ ਇਹਨਾਂ ਨੂੰ ਭੁੱਲਣਾ ਨਹੀਂ ਹੈਗਾ ਕਦੇ ਵੀ, ਇਹਨਾਂ ਦੇ ਆਪਣੇ ਅਰਥ ਹੁੰਦੇ ਨੇ, ਠੀਕ ਹੈ। ਹੈਰਾਨੀ, ਡਰ, ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਕਰਨ, ਕੌਮੇ ਵਿੱਚ ਪਾਏ ਹੋਏ ਨੇ ਇਹਨਾਂ ਦੇ, ਤਾਂ ਜੋ ਇਹ ਨਾ ਹੋਵੇ ਵੀ ਇੱਕੋ ਸ਼ਬਦ ਬਣ ਜਾਵੇ, ਹੈ ਨਾ। ਜਿਨ੍ਹਾਂ ਨੂੰ ਪੱਖਿਓਲੇ ਕਰ ਦਿੰਦੇ ਆ ਨਾ, ਕੌਮਿਆਂ ਦਾ ਕੋਈ ਮਤਲਬ ਨਹੀਂ ਹੁੰਦਾ, ਨਾ ਹੀ ਇਹ ਬਿੰਦੀਆਂ ਲਗਾਈਆਂ ਨੇ ਇਹਨਾਂ ਦਾ ਕੋਈ ਮਤਲਬ ਹੁੰਦਾ, ਪਰ ਇੱਦਾਂ ਆਪਾਂ ਨਹੀਂ ਕਰਨਾ ਬੱਚਿਓ, ਠੀਕ ਹੈ। ਵਿਆਕਰਨ ਵਿੱਚ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ, ਠੀਕ ਹੈ। ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਨੇ ਬੱਚਿਓ, ਕੁੱਲ ਵਿਸਮਿਕ ਦੀਆਂ 9 ਕਿਸਮਾਂ ਨੇ। ਕਿੰਨੀਆਂ ਕਿਸਮਾਂ ਨੇ ਵਿਸਮਿਕ ਦੀਆਂ, ਕੁੱਲ 9 ਕਿਸਮਾਂ ਨੇ। ਪਹਿਲਾ ਕਿਹੜਾ, ਪ੍ਰਸ਼ੰਸਾਵਾਚਕ ਵਿਸਮਿਕ, ਸ਼ੋਕਵਾਚਕ ਵਿਸਮਿਕ, ਹੈਰਾਨੀਵਾਚਕ ਵਿਸਮਿਕ, ਸੂਚਨਾਵਾਚਕ ਵਿਸਮਿਕ, ਸੰਬੋਧਨੀ ਵਿਸਮਿਕ, ਸਤਿਕਾਰ ਵਿਸਮਿਕ, ਠੀਕ ਹੈ, ਫਿਟਕਾਰਵਾਚਕ ਵਿਸਮਿਕ, ਅਸੀਸਵਾਚਕ ਵਿਸਮਿਕ, ਇੱਛਾਵਾਚਕ ਵਿਸਮਿਕ, ਠੀਕ ਹੈ। ਕਿਹੜਾ ਆ ਗਿਆ ਪਹਿਲਾ, ਪ੍ਰਸ਼ੰਸਾਵਾਚਕ ਵਿਸਮਿਕ, ਸ਼ੋਕਵਾਚਕ ਵਿਸਮਿਕ, ਹੈਰਾਨੀਵਾਚਕ ਵਿਸਮਿਕ, ਸੂਚਨਾਵਾਚਕ ਵਿਸਮਿਕ, ਸੰਬੋਧਨੀ ਵਿਸਮਿਕ, ਸਤਿਕਾਰਵਾਚਕ ਵਿਸਮਿਕ, ਫਿਟਕਾਰਵਾਚਕ ਵਿਸਮਿਕ, ਅਸੀਸਵਾਚਕ ਵਿਸਮਿਕ, ਇੱਛਾਵਾਚਕ ਵਿਸਮਿਕ। ਓਹੋ, ਇਹ ਤਾਂ ਬਹੁਤ ਜ਼ਿਆਦਾ ਨੇ। ਫਿਰ ਆਪਾਂ ਇਹਨਾਂ ਨੂੰ ਯਾਦ ਕਿਵੇਂ ਕਰਾਂਗੇ, ਯਾਦ ਵੀ ਕੀ ਸਾਰੀ ਜ਼ਿੰਦਗੀ ਵਾਸਤੇ ਕਿਵੇਂ ਸਮਝਾਂਗੇ ਆਪਾਂ ਇਹਨਾਂ ਨੂੰ, ਭੁੱਲ ਜਾਂਦੇ ਹਾਂ। ਕਿੰਨੇ ਸਬਜੈਕਟ ਨੇ, ਕਿੰਨਾ ਸਿਲੇਬਸ ਹੈ, ਫਿਰ ਇਹ ਤਾਂ ਆਪਾਂ ਨੇ ਯਾਦ ਰਹਿਣਾ ਨਹੀਂ ਬੱਚੋ। ਇਹਨਾਂ ਨੂੰ ਯਾਦ ਰੱਖਣ ਦਾ ਇੱਕ ਸੌਖਾ ਤਰੀਕਾ ਹੈ ਕਿ ਆਪਣੇ ਨਾ ਮਨ ਦੇ ਵਿੱਚ ਇੱਕ ਕੋਈ ਵੀ ਆਪਣੇ ਇਹਨਾਂ ਸ਼ਬਦ ਜਿਹੜੇ ਵਾਕ ਨੇ, ਵਾਕਾਂਸ਼ ਨੇ, ਇਹਨਾਂ ਨੂੰ ਮਤਲਬ ਕਿਸਮਾਂ ਨੂੰ
ਆਪਾਂ ਉਹ ਬਣਾ ਸਕਦੇ ਹਾਂ, ਮਤਲਬ ਤਸਵੀਰ ਬਣਾ ਸਕਦੇ ਹਾਂ ਯਾਦ ਰੱਖਣ ਵਾਸਤੇ, ਕਿਸੇ ਦੇ ਨਾਲ ਸੰਬੰਧਕ ਹੈ ਨਾ, ਕੁਝ ਵੀ ਬਣਾ ਸਕਦੇ ਹਾਂ। ਹੁਣ ਮੰਨ ਲਓ ਹੁਣ ਪ੍ਰਸ਼ੰਸਾ ਹੈ, ਠੀਕ ਹੈ। ਹੁਣ ਇਹ ਸਾਰੇ 9 ਦੇ 9 ਆਪਾਂ ਕਿੱਦਾਂ ਯਾਦ ਰੱਖਾਂਗੇ? ਮੰਨ ਲਓ ਤੁਸੀਂ ਹਰਪ੍ਰੀਤ ਹੋ, ਠੀਕ ਹੈ, ਤੁਹਾਡੀ ਕਲਾਸ ਦੇ ਵਿੱਚ ਕੋਈ ਹਰਪ੍ਰੀਤ ਬੱਚਾ ਹੈ। ਹਰਪ੍ਰੀਤ ਬੱਚਾ ਇੱਕ ਦਿਨ ਮੁੱਖ ਅਧਿਆਪਕਾ ਜੀ ਦੇ ਕਮਰੇ 'ਚ ਬੁਲਾਇਆ ਉਹਨਾਂ ਨੇ, ਠੀਕ ਹੈ। ਹਾਂਜੀ, ਅਧਿਆਪਕ ਸਾਹਿਬਾਨ ਨੇ ਉਹਨਾਂ ਨੂੰ ਪ੍ਰਸ਼ੰਸਾ ਦਿੱਤੀ, ਸ਼ਾਬਾਸ਼ ਦਿੱਤੀ, ਕਿਹਾ ਵੀ ਵਾਹ ਵੀ ਵਾਹ, ਸ਼ਾਬਾਸ਼, ਬੜਾ ਵਧੀਆ ਕੰਮ ਕੀਤਾ ਹੈ ਤੂੰ ਤਾਂ। ਫਿਰ ਕੀ ਹੋਇਆ, ਉਹ ਬੱਚਾ ਉੱਥੇ ਹੀ ਖੜਾ ਰਿਹਾ ਵੀ ਮੈਨੂੰ ਸ਼ਾਇਦ ਹੋ ਸਕਦਾ ਵੀ ਮੈਨੂੰ ਹੋਰ ਵੀ ਸ਼ਾਬਾਸ਼ ਮਿਲੇ। ਜਦੋਂ ਕਾਫੀ ਦੇਰ ਉਹ ਬੱਚਾ ਗਿਆ ਹੀ ਨਹੀਂ, ਉੱਥੇ ਹੀ ਖੜਾ ਰਿਹਾ, ਤਾਂ ਫਿਰ ਕੀ ਹੋਇਆ, ਤਾਂ ਫਿਰ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨੂੰ ਡਾਂਟਤਾ ਵੀ ਤੂੰ ਜਾਂਦਾ ਕਿਉਂ ਨਹੀਂ। ਇਹ ਸੁਣ ਕੇ ਉਹਨੂੰ ਮਤਲਬ ਦੁੱਖ ਵੀ ਹੋਇਆ, ਸ਼ੌਕ ਲੱਗਿਆ, ਹੈ ਨਾ। ਸ਼ੌਂਕ ਹੁੰਦਾ ਬੱਚੋ, ਇੱਕ ਹੁੰਦਾ ਸ਼ੌਕ। ਸ਼ੌਂਕ ਤਾਂ ਹੁੰਦਾ ਵੀ ਜਦੋਂ ਕੋਈ ਆਪਣੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਹੋਵੇ, ਇਹ ਮੇਰਾ ਸ਼ੌਂਕ ਹੈ ਕਰਨਾ, ਹੈ ਨਾ। ਤਾਂ ਸ਼ੌਕ ਕੀ ਹੈ, ਸੱਸੇ ਨੂੰ ਕੀ ਹੈ ਬੱਚਿਓ, ਇਹ ਹੋੜਾ, ਠੀਕ ਹੈ। ਅਤੇ ਹੋੜੇ ਨੂੰ ਆਪਾਂ ਹੋੜਾ ਘਨੌੜਾ ਮਿਕਸ ਕਰ ਦਿੰਦੇ ਹਾਂ, ਪਰ ਅਰਥ ਹੀ ਬਦਲ ਜਾਂਦੇ ਹੁੰਦੇ ਨੇ। ਸ਼ੌਕ ਕੀ ਲੱਗਿਆ ਉਹਨੂੰ, ਫਿਰ ਦੁਖੀ ਹੋ ਗਿਆ ਉਹਨੇ ਸੋਚਿਆ ਵੀ ਮੇਰੀ ਤਾਂ ਬੜੀ ਇੱਥੇ ਤਾਰੀਫ ਹੋ ਰਹੀ ਸੀਗੀ, ਪਰ ਹੁਣ ਤਾਂ ਮੇਰੀ ਬੇਇੱਜ਼ਤੀ ਹੋ ਗਈ, ਠੀਕ ਹੈ। ਇਸ ਕਰਕੇ ਉਹਨੂੰ ਸ਼ੌਕ ਲੱਗ ਗਿਆ, ਮਤਲਬ ਦੁਖੀ ਹੋ ਗਿਆ। ਤਾਂ ਫਿਰ ਉਸ ਤੋਂ ਬਾਅਦ ਉਹ ਹੈਰਾਨ ਵੀ ਹੋਇਆ ਵੀ ਹਾਏ, ਇਹ ਤਾਂ ਮੈਨੂੰ ਗਲਤ ਗੱਲ ਹੋ ਗਈ ਵੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀਗਾ, ਹੈ ਨਾ, ਵੀ ਇੰਨਾ ਕੁਛ ਹੋ ਜਾਊਗਾ। ਹੈਰਾਨ ਵੀ ਹੋਇਆ ਉਹ। ਫਿਰ ਉਸ ਤੋਂ ਬਾਅਦ ਕੀ ਹੋਇਆ, ਕਲਾਸ 'ਚ ਚਲਾ ਗਿਆ ਜੀ, ਠੀਕ ਹੈ। ਦਫ਼ਤਰ ਦੇ ਵਿੱਚੋਂ ਜਾ ਕੇ ਕਲਾਸ ਦੇ ਵਿੱਚ ਚਲਾ ਗਿਆ। ਕਲਾਸ ਦੇ ਵਿੱਚ ਜਾ ਕੇ ਉਹਨੇ ਸੋਚਿਆ ਵੀ ਮੈਂ ਸਾਰਿਆਂ ਨੂੰ ਸੂਚਨਾ ਦੇ ਦਿੰਦਾ, ਮਤਲਬ ਮੈਂ ਦੱਸ ਦਿੰਦਾ ਸਾਰਿਆਂ ਨੂੰ। ਕੀ ਕਰ ਦੇਣਾ, ਮੈਂ ਸਾਰਿਆਂ ਨੂੰ ਦੱਸ ਦੇਣਾ, ਠੀਕ ਹੈ। ਦੱਸਣ ਵਾਸਤੇ ਉਹਨੇ ਕੀ ਕੀਤਾ, ਸੰਬੋਧਨ ਕੀਤਾ ਸਾਰਿਆਂ ਨੂੰ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਠੀਕ ਹੈ। ਕੀ ਕੀਤਾ ਉਹਨੇ, ਸੰਬੋਧਨ ਕੀਤਾ ਵੀ ਮੈਂ ਗੱਲ ਕਰਾਂਗਾ ਦੂਜਿਆਂ ਦੇ ਨਾਲ ਤਾਂ ਮੇਰਾ ਦਿਲ ਹਲਕਾ ਹੋ ਜਾਏਗਾ, ਹੈ ਨਾ। ਤਾਂ ਸੰਬੋਧਨ ਕੀਤਾ ਉਹਨੇ। ਫਿਰ ਕੀ ਕੀਤਾ, ਤਾਂ ਕਲਾਸ ਦੇ ਵਿੱਚ ਸਾਰਿਆਂ ਨੇ ਉਹਨੂੰ ਸਤਿਕਾਰ ਪ੍ਰਗਟ ਕੀਤਾ ਵੀ ਹਾਂ ਤੂੰ ਬਹੁਤ ਵਧੀਆ ਕੰਮ ਕੀਤਾ, ਤੇਰੀ ਮਤਲਬ ਇੱਜ਼ਤ ਬਣਨੀ ਚਾਹੀਦੀ ਸੀ, ਤੂੰ ਵਧੀਆ ਕੰਮ ਕੀਤਾ, ਸ਼ਾਬਾਸ਼, ਠੀਕ ਹੈ। ਨਾਲ ਦੀ ਨਾਲ ਉਹਨੂੰ ਫਿਟਕਾਰ ਵੀ ਪਾਈ। ਫਿਟਕਾਰ ਕੀ ਹੁੰਦਾ, ਜਦੋਂ ਆਪਾਂ ਕਿਸੇ ਨੂੰ ਬੁਰਾ ਕਹਿੰਦੇ ਹੁੰਦੇ ਹਾਂ ਵੀ ਤੂੰ ਉੱਥੇ ਕਿਉਂ ਖੜਾ ਰਿਹਾ, ਤੂੰ ਸਹੀ ਟਾਈਮ 'ਤੇ ਆਇਆ ਨਹੀਂ ਗਿਆ ਤੇ ਤੋਂ, ਦੇਖੋ ਵੀ ਅਧਿਆਪਕ ਸਾਹਿਬਾਨ ਨੂੰ ਹੋਰ ਵੀ ਕੰਮ ਕਿੰਨੇ ਸੀਗੇ, ਇਸ ਕਰਕੇ ਤੂੰ ਉੱਥੇ ਖੜਾ ਰਿਹਾ ਬਾਰ-ਬਾਰ, ਹੈ ਨਾ, ਕਿੰਨੀ ਦੇਰ ਤੋਂ। ਅਤੇ ਫਿਰ ਉਸ ਤੋਂ ਬਾਅਦ ਚਲੋ ਜਿਹਨੇ ਸੋਚਿਆ ਵੀ ਹੁਣ ਮੈਂ ਕੀ ਕਰਦਾ, ਆਪਣੇ ਘਰ ਚਲਾ ਜਾਣਾ, ਛੁੱਟੀ ਹੋ ਗਈ, ਆਪਣੇ ਘਰ ਚਲਾ ਗਿਆ। ਫਿਰ ਉਸ ਤੋਂ ਬਾਅਦ ਕੀ ਕੀਤਾ ਉਹਨੇ, ਘਰ ਜਾ ਕੇ ਗੱਲ ਦੱਸੀ, ਸਾਰੀ ਗੱਲ ਦੱਸੀ। ਤਾਂ ਖੁਸ਼ੀ ਦੇ ਵਿੱਚ ਆ ਕੇ ਉਹਦੇ ਮਾਤਾ ਜੀ ਨੇ, ਹਰਪ੍ਰੀਤ ਦੇ ਮੰਮੀ ਨੇ ਕੀ ਕੀਤਾ, ਉਹਨੂੰ ਅਸੀਸ ਦਿੱਤੀ ਵੀ ਵਾਹ ਬੱਚੇ, ਜਿਉਂਦਾ ਰਹੇ, ਵੀ ਤੂੰ ਇੰਨਾ ਸੋਹਣਾ ਕੰਮ ਕਰਕੇ ਆਇਆ, ਹੈ ਨਾ। ਤਾਂ ਫਿਰ ਹਰਪ੍ਰੀਤ ਨੇ ਜਦੋਂ ਨਾਲ ਦੀ ਨਾਲ ਇਹ ਵੀ ਦੱਸਿਆ ਵੀ ਮੈਨੂੰ ਇਹ ਹੋਇਆ ਸੀ, ਮੇਰੇ ਗਾਲਾਂ ਵੀ ਪਈਆਂ ਸੀ, ਤਾਂ ਉਹਨਾਂ ਦੇ ਮਾਤਾ ਜੀ ਨੇ ਕਿਹਾ ਵੀ ਇੱਛਾ ਪ੍ਰਗਟ ਕੀਤੀ ਵੀ ਅੱਗੇ ਤੋਂ ਮਾੜਾ ਕੰਮ ਵੀ ਨਹੀਂ ਕਰਨਾ, ਠੀਕ ਹੈ ਬੱਚੋ। ਇਸ ਤਰ੍ਹਾਂ ਯਾਦ ਕਰਾਂਗੇ ਵੀ ਹਰਪ੍ਰੀਤ ਨਾਂ ਦੇ ਲੜਕੇ ਦੀ ਪ੍ਰਸ਼ੰਸਾ ਹੋਈ ਸੀ ਉੱਥੇ ਦਫ਼ਤਰ ਦੇ ਵਿੱਚ। ਫਿਰ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੇ ਜਦੋਂ ਨਹੀਂ ਉਹ ਕਰਿਆ, ਕੁਝ ਸਮਝਿਆ, ਫਿਰ ਉਹ ਤੋਂ ਬਾਅਦ ਉਹ ਉੱਥੇ ਖੜਾ ਰਿਹਾ, ਤਾਂ ਫਿਰ ਉਹਦੇ ਗਾਲਾਂ ਵੀ ਪੈ ਗਈਆਂ, ਝਿੜਕਾਂ ਪੈ ਗਈਆਂ। ਫਿਰ ਉਸ ਤੋਂ ਬਾਅਦ ਉਹਨੂੰ ਸ਼ੌਕ ਹੋਇਆ, ਮਤਲਬ ਦੁੱਖ ਹੋਇਆ ਵੀ ਮੈਂ ਤਾਂ ਇੰਨਾ ਵਧੀਆ ਸੀ, ਹੈਰਾਨੀ ਵੀ ਹੋਈ, ਠੀਕ ਹੈ। ਫਿਰ ਉਹਨੇ ਕਲਾਸ ਨੂੰ ਦੱਸਣਾ ਚਾਹਿਆ, ਜਾ ਕੇ ਸੂਚਨਾ ਦਿੱਤੀ, ਠੀਕ ਹੈ। ਸੂਚਨਾ ਦੇਣ ਵਾਸਤੇ ਉਹਨੇ ਕੀ ਕੀਤਾ, ਸੰਬੋਧਨ ਕੀਤਾ ਬੱਚੋ ਸਾਰਿਆਂ ਨੂੰ। ਫਿਰ ਉਸ ਤੋਂ ਬਾਅਦ ਕੀ ਕੀਤਾ, ਸਤਿਕਾਰ ਵੀ ਮਿਲਿਆ ਉਹਨੂੰ, ਕਲਾਸ ਦੇ ਵਿੱਚੋਂ ਫਿਟਕਾਰ ਵੀ ਮਿਲੀ, ਫਿਰ ਘਰ ਜਾ ਕੇ ਅਸੀਸ ਵੀ ਮਿਲੀ ਮਾਤਾ ਤੋਂ, ਮੰਮੀ ਤੋਂ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੋਇਆ, ਉਹਨੇ ਇੱਛਾ ਉਹਨਾਂ ਦੀ ਮਾਤਾ ਜੀ ਨੇ ਪ੍ਰਗਟ ਕੀਤੀ ਵੀ ਅੱਗੇ ਤੂੰ ਵਧੀਆ ਕੰਮ ਕਰੇਂਗਾ ਅਤੇ ਗਾਲਾਂ ਵੀ ਨਹੀਂ ਖਾਏਂਗਾ, ਠੀਕ ਹੈ ਬੱਚੋ। ਇਹ ਸੀ ਸਾਰੇ, ਹੁਣ ਪਤਾ ਲੱਗ ਗਿਆ ਆਪਾਂ ਨੂੰ। ਚਲੋ ਫਿਰ ਹੁਣ ਆਪਾਂ ਦੇਖਦੇ ਹਾਂ ਵੀ ਕਿਹੜੇ ਕਿਹੜੇ ਸ਼ਬਦ ਨੇ ਇਹਨਾਂ ਦੇ। ਹੁਣ ਪ੍ਰਸ਼ੰਸਾ ਦੇ ਵਿੱਚ ਆਪਾਂ ਕੀ ਵਰਤਦੇ ਹਾਂ, ਵੀ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਕ ਕਿਹਾ ਜਾਂਦਾ ਹੈ। ਵੀ ਪ੍ਰਸ਼ੰਸਾ ਦੇ ਭਾਵ ਕੀ ਹੁੰਦੀ ਹੈ, ਫੀਲਿੰਗ, ਮਨ ਦੇ ਭਾਵ। ਹਾਂ ਮੈਨੂੰ ਦੁੱਖ ਹੋ ਰਿਹਾ ਹੈ, ਮੈਂ ਖੁਸ਼ ਹਾਂ ਜੀ, ਫੀਲਿੰਗ ਨਹੀਂ ਹੁੰਦੀ, ਮਨ ਦੇ ਭਾਵ, ਠੀਕ ਹੈ। ਅਸ਼ਕੇ, ਆਹਾ, ਸ਼ਾਬਾਸ਼, ਸ਼ਾਵਾ, ਖੂਬ, ਬੱਲੇ, ਠੀਕ ਹੈ। ਅਤੇ ਆਪਾਂ ਜੇ ਮੰਨ ਲਓ ਕੋਈ ਦੁੱਖ ਦੀ ਖਬਰ ਹੈ, ਠੀਕ ਹੈ, ਆਪਾਂ ਉਹਨੂੰ ਇਹ ਤਾਂ ਨਹੀਂ ਕਹਾਂਗੇ ਵੀ ਖੂਬ, ਬੜੀ ਵਧੀਆ ਗੱਲ ਹੋਈ, ਹੈ ਨਾ। ਫਿਰ ਆਪਣੇ ਤਾਂ ਗਾਲਾਂ ਪੈਣਗੀਆਂ, ਆਪਾਂ ਦੁੱਖ ਦੀ ਖਬਰ ਨੂੰ ਨਹੀਂ ਕਹਿ ਸਕਦੇ, ਜਾਂ ਖੁਸ਼ੀ ਦੀ ਖਬਰ ਨੂੰ ਕਹਾਂਗੇ ਹਾਏ ਤੂੰ ਇਹ ਕੰਮ ਕੀਤਾ, ਹੈ ਨਾ, ਇੱਦਾਂ ਨਹੀਂ ਹੋਏਗਾ, ਹੈ ਨਾ। ਫਿਰ ਉਹ ਤੋਂ ਬਾਅਦ ਆ ਗਿਆ ਸ਼ੌਕ ਦੇ ਵਿੱਚ ਕੀ ਹੁੰਦਾ, ਕੋਈ ਦੁੱਖ ਦੀ ਖਬਰ, ਦੁੱਖ ਦੇ ਭਾਵ। ਜਿਹੜਾ ਸ਼ਬਦ ਤਾਂ ਆਪਾਂ ਲਗਾਉਣਾ ਹੈ ਬੱਚੋ, ਹਰ ਕਿਸੇ ਤਾਂ ਆਪਣੇ ਯਾਦ ਰਹੇਗਾ, ਠੀਕ ਹੈ। ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਸ਼ੋਕਵਾਚਕ, ਉਫ, ਹਾਏ, ਉਹ, ਹਾਏ ਰੱਬਾ, ਠੀਕ ਹੈ। ਫਿਰ ਉਸ ਤੋਂ ਬਾਅਦ ਹੈਰਾਨੀਵਾਚਕ ਕਿਹੜੇ ਆ ਗਏ, ਵੀ ਜਿਹੜੇ ਹੈਰਾਨੀ ਹੁੰਦੇ ਨੇ ਨਾ, ਵੀ ਵਾਹ ਹੈ ਇਹ ਹੋਇਆ, ਵਾਹ ਵਾਹ, ਠੀਕ ਹੈ। ਫਿਰ ਉਸ ਤੋਂ ਬਾਅਦ ਸੂਚਨਾਵਾਚਕ, ਸੂਚਨਾ ਦਿੰਦੇ ਆਪਾਂ ਜਿਹੜੇ ਸ਼ਬਦ ਤੋਂ ਸੂਚਨਾ ਦੇਣ ਦਾ ਸੰਕੇਤ ਹੋਵੇ। ਦੇਖੋ ਕਿੰਨੇ ਸੌਖੇ ਨੇ, ਹੈ ਨਾ। ਹੈਰਾਨੀ ਜਿਹੜਾ ਸ਼ਬਦ ਹੈਰਾਨੀ ਪ੍ਰਗਟ ਕਰੇ, ਸੂਚਨਾ ਜਿਹੜਾ ਸ਼ਬਦ ਸੂਚਨਾ
ਦੇਣ ਦਾ ਸੰਕੇਤ ਕਰੇ ਉਸ ਨੂੰ ਸੂਚਨਾਵਾਚਕ ਕਹਿੰਦੇ ਨੇ। ਸੁਣੋ ਜੀ, ਹਟੋ ਜੀ, ਖਬਰਦਾਰ, ਠਹਿਰ ਸਰਾ ਆਦਿ। ਠੀਕ ਹੈ। ਸੰਬੋਧਨੀ ਵਿਸਮਕ ਕਿਹੜੇ ਹੋਣਗੇ ਬੱਚੋ? ਸੰਬੋਧਨੀ ਵਿਸਮਕ ਹੋਣਗੇ ਜਿਹੜਾ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ। ਸੰਬੋਧਨੀ ਮਤਲਬ ਕਿਸੇ ਨੂੰ ਬੁਲਾਉਣ ਵਾਸਤੇ। ਠੀਕ ਹੈ। ਸੰਬੋਧਨ ਕਰਦੇ ਹਾਂ। ਠੀਕ ਹੈ। ਨੀ ਕੁੜੀਏ, ਓਏ ਕਾਕਾ, ਉਹ ਮੁੰਡਿਓ। ਠੀਕ ਹੈ। ਇਹ ਬੱਚੇ ਹੋ ਗਏ ਸੰਬੋਧਨੀ। ਠੀਕ ਹੈ। ਸੰਬੋਧਨੀ ਸ਼ਬਦ ਵਿਸਮਕ ਹੋ ਗਏ ਇਹ। ਫਿਰ ਉਸ ਤੋਂ ਬਾਅਦ ਕੀ ਆ ਗਿਆ ਬੱਚੋ? ਸਤਿਕਾਰਵਾਚਕ। ਸਤਿਕਾਰ ਕੀ ਕਰਦੇ? ਜਦੋਂ ਆਪਾਂ ਕਿਸੇ ਦੇ ਲਈ ਸਤਿਕਾਰ ਪ੍ਰਗਟ ਕਰਦੇ ਹਾਂ, ਹੈ ਨਾ। ਜਿਹੜੇ ਸ਼ਬਦ ਵਾਕਾਂ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ। ਕਿੰਨੇ ਸੌਖੇ ਨੇ। ਜਿਹੜੇ ਸ਼ਬਦ ਵਾਕਾਂ ਦੇ ਵਿੱਚ ਹੀ ਕਰਨਗੇ ਬੱਚਿਓ, ਹੈ ਨਾ, ਕੰਧਾਂ 'ਤੇ ਤਾਂ ਨਹੀਂ ਕਰਨਗੇ। ਵਾਕਾਂ ਦੀ ਗੱਲ ਕਰ ਰਹੇ ਆਪਾਂ। ਧੰਨ ਭਾਗ ਜੀ, ਆਇਆਂ ਨੂੰ, ਆਓ ਜੀ, ਸਤਿਕਾਰ ਪ੍ਰਗਟ ਕਰਨ। ਫਿਟਕਾਰ ਕੀ ਹੁੰਦਾ ਬੱਚਿਓ? ਜਦੋਂ ਆਪਾਂ ਕੋਈ ਫਿਟਕਾਰ ਜਾਂ ਲਾਹਨਤ ਪਾਉਂਦੇ ਹਾਂ, ਵੀ ਜਿਹੜੇ ਸ਼ਬਦ ਫਿਟਕਾਰ ਜਾਂ ਲਾਹਨਤ 'ਤੇ ਭਾਵ ਪ੍ਰਗਟ ਕਰਨ, ਹੈ ਨਾ, ਲੱਖ ਲਾਹਨਤ, ਫਿਟੇ ਮੂੰਹ ਆਦਿ। ਅਸੀਸਵਾਚਕ ਵਿਸਮਕ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਨ। ਠੀਕ ਹੈ। ਕਾਹਦੇ ਭਾਵ ਪ੍ਰਗਟ ਕਰਨ? ਅਸੀਸ ਜਾਂ ਆਸ਼ੀਰਵਾਦ ਦੇ। ਜਿਵੇਂ ਸਾਈਂ ਜੀਵੇ, ਖੁਸ਼ ਰਹੋ, ਜਵਾਨੀਆਂ ਮਾਣ, ਜਿਉਂਦੇ ਰਹੋ। ਕੋਈ ਵੀ ਸ਼ਬਦ ਜਿਹੜੇ ਆਪਣੇ ਵੱਡਿਆਂ ਤੋਂ ਆਪਾਂ ਨੂੰ ਮਿਲਦੇ ਨੇ। ਠੀਕ ਹੈ ਬੱਚੋ। ਇੱਛਾਵਾਚਕ ਕੀ ਹੁੰਦੇ ਨੇ? ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ। ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਇੱਛਾਵਾਚਕ ਵਿਸਮਕ ਕਿਹਾ ਜਾਂਦਾ। ਹੇ ਕਰਤਾਰ, ਹੇ ਵਾਹਿਗੁਰੂ, ਜੇ ਕਦੇ ਆਦਿ। ਆਪਾਂ ਨਹੀਂ ਕਹਿੰਦੇ ਵੀ ਕਾਸ਼ ਐਵੇਂ ਹੋ ਜਾਵੇ, ਹੇ ਵਾਹਿਗੁਰੂ ਇੱਦਾਂ ਹੋ ਜਾਵੇ, ਹੈ ਨਾ। ਇਹ ਸਾਰੇ ਇੱਛਾ ਮਨ ਦੀਆਂ ਇੱਛਾਵਾਂ ਨੂੰ। ਸਭ ਤੋਂ ਸੌਖਾ ਬੱਚੋ ਵਿਸਮਿਕ, ਸਭ ਤੋਂ ਸੌਖਾ ਹੈ ਨਾ, ਜਿਹੜਾ ਆਪਾਂ ਸਮਝ ਹੀ ਨਹੀਂ ਸਕਦੇ ਹੈਗੇ। ਆਰਾਮ ਨਾਲ ਠੀਕ ਹੈ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈਗੀ। ਪਰ ਆਪਾਂ ਨੂੰ ਬੜਾ ਔਖਾ ਲੱਗਦਾ ਇਹ। ਠੀਕ ਹੈ ਬੱਚਿਓ। ਔਖਾ ਕੋਈ ਕੰਮ ਨਹੀਂ ਹੁੰਦਾ। ਔਖਾ ਕੀ ਹੁੰਦਾ? ਆਪਣੇ ਮਨ ਨੂੰ ਸਮਝਾਉਣਾ। ਠੀਕ ਹੈ। ਜੇ ਆਪਾਂ ਮਨ ਨੂੰ ਸਮਝਾ ਲੈਂਦੇ ਹਾਂ ਵੀ ਹੁਣ ਅਸੀਂ ਵਧੀਆ ਕੰਮ ਕਰਨਾ ਹੀ ਕਰਨਾ, ਕਿੱਡੀ ਕੁ ਗੱਲ ਹੈ ਬੱਚੋ। ਵਿਆਕਰਨ 'ਚ ਲਿਖੇ ਸ਼ਬਦਾਂ ਦੇ ਉੱਪਰ ਨਾ ਜਾਇਆ ਕਰੋ, ਕਿਉਂਕਿ ਉਹ ਕੀ ਹੁੰਦਾ? ਉਹ ਆਪਾਂ ਨੂੰ ਮਤਲਬ ਲਿਖਣ ਵਾਸਤੇ, ਆਪਾਂ ਨੂੰ ਸੋਹਣੇ ਲੱਗਣ ਵਾਸਤੇ ਉਹ ਸ਼ਬਦ ਥੋੜ੍ਹੇ ਅਲੱਗ ਸਮਾਨਾਰਥਕ ਸ਼ਬਦ ਦਿੱਤੇ ਹੁੰਦੇ ਨੇ। ਠੀਕ ਹੈ। ਹੁਣ ਆਪਾਂ ਘਰ ਤਾਂ ਹੋਰ ਕੱਪੜੇ ਪਾ ਕੇ ਰੱਖਦੇ ਹਾਂ, ਜਦੋਂ ਆਪਾਂ ਬਾਹਰ ਜਾਂਦੇ ਹਾਂ ਆਪਾਂ ਹੋਰ ਕੱਪੜੇ ਪਾਉਂਦੇ ਹਾਂ ਨਾ, ਵਧੀਆ ਵਾਲੇ, ਜਿਹੜੇ ਆਪਾਂ ਅਲੱਗ ਰੱਖੇ ਹੁੰਦੇ ਨੇ। ਇਸ ਤਰ੍ਹਾਂ ਬੱਚੋ ਕਿਤਾਬਾਂ ਹੁੰਦੀਆਂ ਨੇ। ਠੀਕ ਹੈ। ਕਿਤਾਬਾਂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੁੰਦਾ, ਉਹਨਾਂ ਤੋਂ ਨਹੀਂ ਡਰਨਾ ਆਪਾਂ ਨੇ। ਉਹਨੂੰ ਇੱਕ ਵਾਰ ਸਮਝ ਲਏ, ਸਾਰੀ ਜ਼ਿੰਦਗੀ ਕੰਮ ਆਉਂਦੇ ਨੇ ਬੱਚੋ। ਇਹ ਵਾਲੀ ਜਿਹੜੀ ਤੁਹਾਡਾ ਪੰਜਾਬੀ ਵਿਆਕਰਨ ਆ ਨਾ, ਅਤੇ ਜਿੰਨੇ ਵੀ ਵੱਡੇ ਟੈਸਟ ਹੁੰਦੇ ਨੇ ਅੱਗੇ ਵੱਡੇ ਆਫਿਸਰ ਬਣਨ ਦੇ ਬੱਚੋ, ਹਰ ਜਗ੍ਹਾ ਹੀ ਆਉਂਦੇ ਨੇ। ਠੀਕ ਹੈ। ਬੱਚੇ ਦੇਖੋ ਪੜ੍ਹਾਈਆਂ ਕਰਨ ਤੋਂ ਬਾਅਦ ਇਹਨਾਂ ਨੂੰ ਚੱਕਦੇ ਨੇ ਜਦੋਂ ਉਹਨਾਂ ਨੇ ਟੈਸਟ ਦੇਣਾ ਹੈ। ਕਿਉਂ ਚੱਕਣਾ? ਕਾਹਦੇ ਲਈ? ਜਦੋਂ ਆਪਾਂ ਇੰਨੇ ਸਾਲ ਲਗਾਤਾਰ ਇੱਕ ਨੂੰ ਪੜ੍ਹ ਚੁੱਕੇ ਹਾਂ ਤਾਂ ਵਾਰੀ ਵਾਰੀ ਕਿਉਂ ਉਹਨੂੰ ਹੱਥ ਲਾਉਣਾ ਬੱਚੋ, ਹੈ ਨਾ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ।